ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਤੇ ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਵੀ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੌਲ ਸਾਹਿਬ। ਐਂਡ ਲੌਂਗ ਵੀਕਐਂਡ ਲੰਘ ਚੁੱਕਾ ਜੀ, ਸੋ ਬੈਕ ਟੂ ਰਿਐਲਿਟੀ, ਬੈਕ ਟੂ ਬੇਸਿਕ। ਛੋਟਾ ਹਫਤਾ ਹੋਵੇਗਾ ਜੀ, ਸੋ ਆਈ ਹੋਪ ਸਾਰਿਆਂ ਨੇ ਇੰਜੋਏ ਕੀਤਾ ਹੋਵੇਗਾ ਜੀ ਲੌਂਗ ਵੀਕਐਂਡ। ਓ ਯੈਸ, ਕਿਉਂਕਿ ਵੈਦਰ ਬੜਾ ਪਿਆਰਾ ਸੀ ਔਰ ਕੱਲ ਕੁਛ ਇਲਾਕਿਆਂ ਦੇ ਵਿੱਚ ਸ਼ਰਾਟਿਆਂ ਦੇ ਨਾਲ ਰਾਹਤ ਵੀ ਮਿਲੀ, ਠੰਡੀ ਹਵਾ ਵੀ ਵਗੀ ਤੇ ਜਿਹੜੇ ਟੋਰਾਂਟੋ ਤੋਂ ਦੂਰ ਦੁਰਾਡੇ ਨਿਕਲੇ ਸੀ ਲੋਕ 100 ਕਿਲੋਮੀਟਰ 200 ਕਿਲੋਮੀਟਰ ਤੇ ਉੱਥੇ ਜਿਹੜਾ ਜੀ ਝੀਲਾਂ ਦੇ ਕੰਢਿਆਂ ਤੇ ਬੀਚਸ ਦੇ ਉੱਤੇ ਲੋਕਾਂ ਨੇ ਆਨੰਦ ਵੀ ਮਾਣਿਆ ਔਰ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ ਵੀ ਦੇਖੇ ਗਏ। ਅਰਸ਼, ਇਹ ਆਮ ਤੌਰ ਤੇ ਬੀਚਸ ਤੇ ਦੇਖਣ ਨੂੰ ਮਿਲਦਾ ਕਿ ਜਦੋਂ ਲੋਕ ਇਕੱਠੇ ਹੁੰਦੇ ਆ, ਕਿਉਂਕਿ ਆਪਾਂ ਮਲਟੀ ਕਲਚਰਲ ਹੁਣ ਕਹ ਲਓ ਵੀ ਸੋਸਾਇਟੀ ਆ ਇੱਥੇ ਕੈਨੇਡਾ ਦੇ ਵਿੱਚ, ਸਾਰੀ ਦੁਨੀਆ ਤੋਂ ਆਏ ਹੋਏ ਲੋਕ ਜੀ, ਪਰ ਜੇ ਉਹ ਝੀਲ ਦੇ ਵਿੱਚ ਨਹਾਉਣ ਵੀ ਵੜਨ ਤੇ ਇਹ ਹੁੰਦਾ ਵੀ ਜਿੱਦਾਂ ਪੰਜਾਬੀਆਂ ਨਾਲ ਮਤਲਬ ਉਹਨਾਂ ਦਾ ਗਰੁੱਪ ਹੈ, ਇੱਦਾਂ ਹੀ ਜਾਣੀ ਕਿ ਵੀ ਜੇ ਕੋਈ ਅਰਬੀ ਹੈ ਤੇ ਉਹਨਾਂ ਦਾ ਆਪਣਾ ਗਰੁੱਪ ਹੈ, ਜੇ ਕੋਈ ਚੀਨੀ ਹੈ ਉਹਨਾਂ ਚੀਨੀ ਨਸਲ ਦੇ ਗਾਂ ਹੁਣ ਉੱਧਰ ਥਾਈਲੈਂਡ ਫਿਲੀਪੀਨ ਉਹਨਾਂ ਦਾ ਜਾਣੀ ਆਪੋ ਆਪਣਾ ਗਰੁੱਪ ਹੈ ਜੀ, ਗੋਰਿਆਂ ਦਾ ਆਪਣਾ ਤੇ ਏਦਾਂ ਹੀ ਅਫਰੀਕੀ ਨਸਲ ਦੇ ਜਿਹੜੇ ਕਾਲੇ ਆ ਉਹਨਾਂ ਦਾ ਆਪਣਾ। ਤੇ ਜੋ ਦੋਨੇ ਜਣੇ ਬਾਈ ਚਾਂਸ ਜੇ ਵੀ ਇੱਕ ਦੂਸਰੇ ਨਾਲ ਕਿਤੇ ਥੋੜਾ ਬਹੁਤਾ ਟਕਰਾ ਜਾਣ ਦਾ ਗੱਲ ਹੋ ਜੇ ਫਿਰ ਰਿਸਪੈਕਟਫੁਲ ਤਾਂ ਪੂਰੇ ਆ, ਪਰ ਉਦਾਂ ਜਾਣੀ ਕਮਿਊਨੀਕੇਸ਼ਨ ਕੋਈ ਨੀ ਗਾ। ਇਹ ਆਮ ਦੇਖਣ ਨੂੰ ਮਿਲਦਾ ਕਿਤੇ ਵੀ ਤੁਸੀਂ ਝੀਲ ਤੇ ਉੱਥੇ ਬੀਚ ਤੇ ਏਦਾਂ ਜਾ ਕੇ ਓਬਜ਼ਰਵ ਕਰਿਓ, ਦੇਖਿਓ ਵੀ ਜੇ ਇਸ ਕਿਸਮ ਦੇ ਗਰੁੱਪਸ ਦੇ ਵਿੱਚ ਲੋਕ ਜਿਹੜੇ ਅੱਜ ਵੀ ਆਪਣੇ ਪ੍ਰੋਗਰਾਮ ਬਣਾ ਕੇ ਆਉਂਦੇ ਆ ਤੇ ਉਸ ਗਰੁੱਪ ਤੱਕ ਹੀ ਉਹ ਲਿਮਟਡ ਰਹਿੰਦੇ ਆ ਡਿਊਰਿੰਗ ਦਾ ਡੇ ਜੀ, ਪਰ ਉਦਾਂ ਜਾਣੀ ਕਿ ਬੜਾ ਕੋਰਡੀਅਲੀ ਜਿਹੜਾ ਆਪਸ ਦੇ ਵਿੱਚ ਉਹ ਸਮਾਂ ਆ ਉਹ ਬਿਤਾਉਂਦੇ ਆ। ਤੇ ਏਦਾਂ ਆ ਵੀ ਇੱਥੋਂ ਤੱਕ ਕਿ ਜਿਹੜਾ ਯੂਥ ਹੈ ਜੀ ਵੀ ਉਹ ਵੀ ਬਹੁਤ ਜਾਣੀ ਕਿ ਰਿਸਪੈਕਟਫੁਲ ਤੇ ਕੇਅਰਿੰਗ ਹੁੰਦੇ ਆ ਦੂਸਰਿਆਂ ਦੇ। ਉਹਨਾਂ ਨੂੰ ਕਈ ਵਾਰੀ ਜੇ ਪਲੇ ਕਰਦਿਆਂ ਦੇਖੀਏ, ਉਹਨਾਂ ਦੀ ਜੇ ਕੋਈ ਡਿਵਾਈਸ ਜਾਂ ਕੋਈ ਫੁੱਟਬਾਲ ਜਾਂ ਕੋਈ ਉਹਨਾਂ ਦੀ ਡਿਸਕ ਵਗੈਰਾ ਫਰਜ਼ ਕਰੋ ਵੀ ਕਿਸੇ ਦੇ ਜਾ ਕੇ ਲੱਗੇ ਤੇ ਫਿਰ ਉਹ ਅਪੋਲੋਜਾਈਜ਼ ਵੀ ਕਰਨਗੇ ਤੇ ਇਹ ਵੀ ਦੇਖ ਕੇ ਵੀ ਜੇ ਆਲੇ ਦੁਆਲੇ ਦੇ ਵਿੱਚ ਹੋਰ ਲੋਕ ਆ ਤੇ ਜਾਣੀ ਪ੍ਰੀਕਾਸ਼ਨਰੀ ਉਹ ਖੇਡ ਹੀ ਬੰਦ ਕਰ ਦੇਣਗੇ। ਇਹ ਨਹੀਂ ਗਾ ਵੀ ਢੀਠ ਪੁਣੇ ਦੇ ਵਿੱਚ ਜਾਣੀ ਕਿ ਲੱਗੇ ਹੀ ਰਹਿਣਗੇ ਤੇ ਪਰਵਾਹ ਨਹੀਂ ਕਰਨਗੇ। ਸੋ ਇਸ ਕਰਕੇ ਜੀ ਵੀ ਇੱਦਾਂ ਵੀ ਆ ਬਹੁਤ ਸਾਰਾ ਦੇਖੋ ਵੀ ਸਾਡਾ ਆਪਾਂ ਸਦਾ ਗੱਲ ਕਰਦੇ ਹੁੰਦੇ ਆ ਵੀ ਸਿਸਟਮ ਬਹੁਤ ਸਟਰੋਂਗ ਬਣਾਇਆ ਸੀ ਇਹਨਾਂ ਮੁਲਕਾਂ ਦੇ ਵਿੱਚ, ਤਾਂ ਇਹ ਦੇਸ਼ ਨੰਬਰ 1 ਸੀਗੇ। ਤੇ ਕੱਲ ਇੱਕ ਬੀਚ ਤੇ ਦੇਖਿਆ ਵੀ ਉੱਥੇ ਨਾ ਕੋਈ ਜਾਨਵਰ ਮਤਲਬ ਬੱਤਖ ਕਹਿ ਲਓ ਗੂਸ ਉਹ ਆ ਗਈ ਤੇ ਉਹ ਦੇਖਣ ਨੂੰ ਲੱਗਦਾ ਸੀਗਾ ਸੀ ਜਿੱਦਾਂ ਬੜੀ ਏਜਡ ਹੋ ਗਈ ਹੁੰਦੀ ਆ, ਹੁਣ ਚੱਲ ਫਿਰ ਨਹੀਂ ਸਕਦੀ, ਬਿਮਾਰ ਆ, ਨਹੀਂ ਤੇ ਉਹ ਲੋਕਾਂ ਦੇ ਝੁਰਮਟ ਚ ਤਾਂ ਨਹੀਂ ਨਾ ਆਉਂਦਾ ਜਾਨਵਰ ਜੀ। ਉਹ ਜਦੋਂ ਆਈ ਤੇ ਕਿਸੇ ਨੇ ਉਹਨੂੰ ਕੁਛ ਨਹੀਂ ਕਿਹਾ ਹਨਾ, ਕਿਸੇ ਨੇ ਉਹਨੂੰ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਸਟ ਉਹਨਾਂ ਨੇ ਜਾਣੀ ਕਿ ਵੀ ਐਨੀਮਲ ਪ੍ਰੋਟੈਕਸ਼ਨ ਵਾਲਿਆਂ ਨੂੰ ਕਾਲ ਕਰ ਦਿੱਤੀ ਹੈ ਨਾ, ਜਿੱਦਾਂ ਆਪਾਂ ਕਾਲ 911 ਜੀ, ਕਾਲ 311 ਜੀ, ਤੇ ਉਹ ਉਹਨਾਂ ਨੂੰ ਕਾਲ ਕੀਤੀ। 10 ਮਿੰਟ 'ਚ ਉਹ ਆ ਗਏ, 10 ਮਿੰਟ 'ਚ ਉਹ ਪਿੰਜਰਾ ਲੈ ਕੇ ਆਏ ਤੇ ਉਹਨੂੰ ਬੜੇ ਆਰਾਮ ਨਾਲ ਉਹਨੂੰ ਫੜ ਕੇ ਪਿੰਜਰੇ 'ਚ ਪਾ ਕੇ ਤੇ ਉਹ ਲੈ ਗਏ ਜੀ, ਤੇ ਸਾਰਾ ਮਾਹੌਲ ਦੁਬਾਰਾ ਫਿਰ ਆਮ ਹੋ ਗਿਆ। ਸੋ ਇਸ ਕਰਕੇ ਇਹ ਆ ਜੀ ਵੀ ਹੁਣ ਕਈ ਸਮਾਜਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਜੇ ਇੱਦਾਂ ਜਾਨਵਰ ਪਕੜ ਦੇ ਵਿੱਚ ਆ ਜਾਏ ਤੇ ਉਸ ਵੇਲੇ ਧੌਣ ਮਰੋੜਨ ਦੇ ਪ੍ਰੋਗਰਾਮ ਬਣ ਜਾਂਦੇ ਆ ਜੀ। ਪਰ ਕਿਸੇ ਨੇ ਵੀ ਜਾਣੀ ਕਿ ਬਹੁਤ ਹੀ ਸਿੰਪਤੀ ਦੇ ਨਾਲ, ਬੜੇ ਪਿਆਰ ਦੇ ਨਾਲ, ਸਭ ਕੁਛ ਬੜਾ ਪ੍ਰੋਫੈਸ਼ਨਲੀ ਜਾਣੀ ਲੋਕਾਂ ਦੀ ਐਜੂਕੇਸ਼ਨ ਹੀ ਇੱਥੇ ਇਸ ਕਿਸਮ ਦੀ ਆ ਵੀ ਜੇ ਫੋਲੋ ਕੀਤੇ ਜਾਣ ਰੂਲ, ਕਿਸੇ ਨੇ ਉਹਨੂੰ ਹੱਥ ਨਹੀਂ ਪਾਇਆ ਜਿੰਨਾ ਚਿਰ ਉਹ ਆ ਨਹੀਂ ਗਏ ਸਿਸਟਮ ਵਾਲੇ ਉਹਨੂੰ ਫੜਨ ਦੇ ਲਈ ਤੇ ਜਾਨਵਰ ਨੂੰ ਲੈ ਕੇ ਚਲੇ ਗਏ। ਸੋ ਇਸ ਕਰਕੇ ਸਿਸਟਮ ਬੜਾ ਪੀਸਫੁਲੀ ਚੱਲ ਰਿਹਾ ਜੀ। ਜੇ ਚੱਲਣ ਦਈਏ ਤਾਂ ਤਦ ਕਰਕੇ ਆ ਵੀ ਸ਼ਿਕਾਇਤਾਂ ਕਰਨ ਲੱਗੀਏ ਤੇ ਚਲੋ ਫਿਰ ਮਿਲ ਜਾਂਦੀਆਂ ਬਹੁਤ, ਪਰ ਉੱਦਾਂ ਜਾਣੀ ਕਿ ਸਿਸਟਮ ਅਜੇ ਵੀ ਲੱਗਦਾ ਵੀ ਦੂਰ ਦੁਰਾਡੇ ਜੇ ਆਪਣੇ ਕਿਸੇ ਇਲਾਕੇ ਦੇ ਵਿੱਚ ਨਹੀਂ ਵੀ ਉਹਨਾਂ ਢਿੱਲਾ ਮੱਠਾ ਚੱਲ ਰਿਹਾ, ਦੂਰ ਦੁਰਾਡੇ ਇਲਾਕਿਆਂ 'ਚ ਬਾਖੂਬੀ ਅਜੇ ਵੀ ਜਿਹੜਾ ਜੀ ਵੀ ਫੰਕਸ਼ਨ ਕਰ ਰਿਹਾ, ਕਿਉਂਕਿ ਲੋਕ ਉਸ ਨੂੰ ਫੰਕਸ਼ਨ ਕਰਨ ਦੇ ਰਹੇ ਆ ਹਨਾ, ਸਹਿਯੋਗ ਕਰ ਰਹੇ ਆ ਸਿਸਟਮ ਦੇ ਨਾਲ, ਜਿਸ ਕਰਕੇ ਉਹ ਭਲੀਭਾਂਤ ਚੱਲ ਰਿਹਾ ਜੀ। OPP ਇਨ ਔਰੇਲੀਆ ਦੇ ਵਿੱਚ ਬੈਰੀ ਦੇ ਲਾਗੇ ਅਰੈਸਟ ਕੀਤੇ ਗਏ ਨੇ ਜੀ 4 ਫੀਮੇਲਸ ਨੂੰ, ਜਿਸ ਕਹਿ ਤਾਂ ਸ਼ਰਾਬਣਾ ਤੇ ਨਸ਼ੇ ਵੀ ਲੱਗੇ ਹੋਏ ਸੀ। ਡਰਾਈਵਰਸ ਨੂੰ ਇੰਪੇਅਰ ਡਰਾਈਵਿੰਗ ਸੈਟਰਡੇ ਵਾਲੇ ਦਿਨ ਐਂਡ ਸੰਡੇ ਵਾਲੇ ਦਿਨ ਤਕਰੀਬਨ 25 ਘੰਟੇ ਦੇ ਫਾਸਲੇ ਦੇ ਵਿੱਚ ਇਹ ਫੜੇ ਗਏ ਜੀ 4 ਫੀਮੇਲਸ। ਐਂਡ ਬਹੁਤ ਸੀਵੀਅਰ ਕਹਿ ਲਓ ਕਿ ਇਹਨਾਂ ਨੂੰ ਟਿਕਟਾਂ ਮਿਲੀਆਂ ਨੇ ਜੀ, ਲਾਇਸੈਂਸ ਸਸਪੈਂਸ਼ਨ ਵੀ ਹੋਏ ਨੇ ਜੀ, ਐਂਡ ਵਹੀਕਲ ਵੀ ਇੰਪਾਊਂਡ ਕੀਤੀ ਗਈ ਹੈ ਜੀ। ਇਹ ਹੁਣ ਅਜੀਬੋ-ਗਰੀਬ ਵੀ ਕਾਂਡ ਹੈ ਵੈਸੇ, ਜਿਹੜਾ ਪਹਿਲਾਂ ਕਦੇ ਵੀ ਨਹੀਂ ਸੁਣਿਆ ਅੱਜ ਤੱਕ ਨਾ। ਆਮ ਤੌਰ ਤੇ ਹੁੰਦਾ ਵੀ ਬੰਦੇ ਡਰਾਈਵਰ ਜਿਹੜੇ ਆ ਸ਼ਰਾਬੀ ਫਾੜ ਹੋਏ ਤੇ ਉਹਨਾਂ ਵਿੱਚ ਇੱਕ ਅੱਧੀ ਕੁ ਸ਼ਰਾਬਣ ਵੀ ਚਲੋ ਕਿਤੇ ਹੁੰਦੀ ਸੀਗੀ ਵੀ ਜਦੋਂ ਲੌਂਗ ਵੀਕਐਂਡ ਦਾ ਲੇਖਾ ਜੋਖਾ ਕਰਨਾ। ਵੀ ਇਹ ਜਾਣੀ ਆਲ ਆਫ ਸਡਨ ਦੇਖਿਆ ਵੀ ਕੋਈ ਵੀ ਬੰਦਾ ਨਹੀਂ ਆ, ਸਾਰੀਆਂ ਔਰਤਾਂ ਹੀ ਆ, ਮਤਲਬ ਸਾਰੀਆਂ ਔਰਤਾਂ ਹੀ ਆ, ਭੰਗੀ ਸੀਗੀਆਂ ਜਾਂ ਸ਼ਰਾਬਣਾ ਸੀਗੀਆਂ, ਮਤਲਬ ਇੰਪੇਅਰਡ ਹੋ ਕੇ ਗੱਡੀਆਂ ਚਲਾਈਆਂ ਜਾ ਰਹੀਆਂ ਸੀਗੀਆਂ
ਤੇ ਇੱਕ ਦੀ ਤਾਂ ਜਾਣੀ ਏਦਾਂ ਵੀ ਜਾਣੀ ਭੰਗ ਨੇ ਮੱਤ ਮਾਰੀ ਸੀਗੀ ਵੀ ਉਹ ਗੱਡੀ ਚਲਾਉਣ ਜੋਗੀ ਨਾ ਰਹੀ ਹਨਾ। ਤੇ ਗੱਡੀ ਦੇ ਬਾਹਰ ਜਾਣੀ ਲੁੜਕ ਗਈ ਉਹ, ਤੇ ਉਹ ਉਹਨੂੰ ਮਤਲਬ ਆ ਕੇ ਉਹਨਾਂ ਨੇ ਪੁਲਿਸ ਨੇ ਜਗਾਇਆ। ਪੁਲਿਸ ਨੂੰ ਦੇਖ ਕੇ ਗੱਡੀ ਦੇਖ ਕੇ ਤੇ ਉਦਾਂ ਹੀ ਕੰਨ ਖੜੇ ਹੋ ਜਾਂਦੇ ਨਾ, ਫਿਰ ਵੱਡੇ ਵੱਡਿਆਂ ਦੀ ਲੈ ਜਾਂਦੀ ਹੈ ਕਹ ਲਓ ਜੀ। ਉਹ ਜੀ ਫਿਰ ਦੇਖਿਆ ਤੇ ਅੰਦਰ ਗੱਡੀ ਦੇ ਜਾਣੀ ਉਹਦਾ ਨਿੱਕਾ ਬੱਚਾ ਵੀ ਇਨਫੈਂਟ ਹਨਾ, ਤੇ ਉਮਰ ਅਜੇ ਜਾਣੀ ਕਿ 26 ਸਾਲ ਹੈ। ਸੋ ਇਸ ਕਰਕੇ ਅੱਜ ਫਿਰ ਮਤਲਬ ਉਸ ਤੋਂ ਬਾਅਦ ਫਿਰ ਜਿਹੜਾ ਬੱਚਾ ਤੇ ਉਹ ਫੈਮਿਲੀ ਨੂੰ ਸੱਦਿਆ ਗਿਆ। ਇਹਦੇ ਤੇ ਜਿਹੜਾ ਜੀ ਜਿੱਦਾਂ ਤੁਸੀਂ ਦੱਸਿਆ ਵੀ ਚਾਰਜ ਲਾਏ ਗਏ, ਗੱਡੀ ਇਹਦੀ ਰੱਖ ਲਈ, ਲਾਇਸੈਂਸ ਵੀ ਇਹਦਾ ਰੱਖ ਲਿਆ ਤੇ ਗਾਂਹ ਫਿਰ ਖਾਲੀ ਹੱਥ ਘਰਾਂ ਨੂੰ ਤੋਰ ਦਿੱਤੀ। ਏਦਾਂ ਹੀ ਫਿਰ ਜਾਣੀ ਕਿ ਇੱਕ ਹੋਰ ਮਤਲਬ ਬੜੀਆਂ ਅਜੀਬੋ ਗਰੀਬ ਘਟਨਾਵਾਂ ਵੀ ਔਰਤ ਹੋਵੇ, ਕੁੜੀ ਕਹੀ ਜਾਂਦੀ ਆ 28 ਸਾਲ ਦੀ ਆਪਣੇ ਸਮਾਜ ਦੇ ਵਿੱਚ, ਵੀ ਉਹਦੀ ਪੋਜੈਸ਼ਨ ਦੇ ਵਿੱਚੋਂ ਜਾਣੀ ਕਿ ਵੀ ਆ ਤਰ੍ਹਾਂ ਤਰ੍ਹਾਂ ਦੇ ਭੈੜੇ ਨਸ਼ੇ, ਸੁੱਕੀ ਭੰਗ ਤੇ ਏਦਾਂ ਹੀ ਜਾਣੀ ਕਿ ਇੰਪੇਅਰਡ ਹੋ ਕੇ ਉਹ ਡਰੱਗ ਜਿਹੜੀ ਕੰਜ਼ਿਊਮ ਕੀਤੀ ਹੋਈ ਹੋਣ ਕਰਕੇ ਵੀ ਉਹ ਗੱਡੀ ਚਲਾ ਰਹੀ ਸੀਗੀ। ਤੇ ਵੀ ਅਜੇ ਜਾਣੀ ਕਿ ਤਕਾਲਾਂ ਹੀ ਪਈਆਂ ਸੀਗੀਆਂ, 8:15 ਵਜੇ ਦਾ ਟਾਈਮ ਸੀਗਾ ਸ਼ਨੀਚਰਵਾਰ ਨੂੰ। ਤੇ ਆ ਜਿਹੜੀ ਪਹਿਲੀ ਜਾਣੀ ਬੱਚੇ ਨਾਲ ਫੜ ਹੋਈ ਆ ਉਹ ਤੇ ਸਵੇਰੇ 9 ਵਜੇ ਸੀ, ਜਾਣੀ ਸਵੇਰੇ 9 ਵਜੇ ਡਰੱਗ ਦੇ ਨਾਲ ਤੇ ਸ਼ਰਾਬ ਦੇ ਨਾਲ ਜਾਣੀ ਕਿ ਬੇਸੁੱਧ ਸੀ ਤੇ ਉਦਾਂ ਜਾਣੀ ਕਿ ਬੱਚੇ ਨੂੰ ਜਨਮ ਦਿੱਤਾ ਹੋਇਆ। ਤੇ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਜਿਹੜੀ ਦੂਸਰੀ ਆ ਵੀ ਇਹਦੇ ਕੋਲੋਂ ਵੀ ਕਾਫੀ ਕੁਝ ਭੰਗ ਤੇ ਹੋਰ, ਪਰ ਜਿਹੜੀ ਗੱਡੀ ਚਲਾ ਰਹੀ ਸੀ ਉਹਦੀ ਇੰਸ਼ੋਰੈਂਸ ਵੀ ਹੈ ਨਹੀਂ ਸੀ ਜੀ। ਤੇ ਗੱਡੀ ਦੇ ਵਿੱਚੋਂ ਭੰਗ ਵੀ ਮਿਲੀ ਆ ਤੇ ਨਾਲ ਸ਼ਰਾਬ ਦੀ ਬੋਤਲ ਵੀ ਮਿਲੀ ਆ ਹਨਾ ਜੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹਦੀ ਜਿਹੜੀ ਪੇਸ਼ੀ ਆ, ਚਲੋ ਹੁਣ ਸਾਰੀਆਂ ਦੀ ਵੈਸੇ ਚਲੋ ਪੇਸ਼ੀ ਤੇ ਬਾਅਦ ਦੇ ਵਿੱਚ ਪੈਣੀ ਹੁੰਦੀ ਹੈ ਜਦੋਂ ਚਾਰਜ ਲੱਗ ਜਾਂਦੇ ਆ, ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਅੱਜ ਵੀ ਪੁਲਿਸ ਦੀ ਅਗਲੀ ਜਿਹੜੀ ਆ ਕਹਿ ਲਓ ਵੀ ਇਹ ਹਿੱਟ ਹੋਈ ਆ ਸ਼ਰਾਬਨ ਡਰਾਈਵਰ, ਉਹ ਵੀ 30 ਸਾਲ ਦੀ ਉਮਰ ਦੀ ਸੀਗੀ ਤੇ ਉਸ ਨੂੰ ਵੀ ਜਾਣੀ ਕਿ ਕਾਫੀ ਮਾਤਰਾ ਦੇ ਵਿੱਚ ਸ਼ਰਾਬ ਪੀਤੀ ਹੋਈ ਹੋਣ ਕਰਕੇ ਜਿਹੜਾ ਜੀ ਵੀ ਉਹ ਪੁਲਿਸ ਨੇ ਰੋਕ ਕੇ ਚਾਰਜ ਜਿਹੜਾ ਜੀ ਕੀਤਾ ਜੀ। ਗੱਡੀ ਵੀ ਬੜੀ ਕਹਿ ਲਓ ਵੀ ਉਹ ਖਤਰਨਾਕ ਤਰੀਕੇ ਦੇ ਨਾਲ ਉਸ ਵੇਲੇ ਡਰਾਈਵ ਕਰ ਰਹੀ ਸੀ ਜਦੋਂ ਪੁਲਿਸ ਨੇ ਉਹਨੂੰ ਰੋਕਿਆ। ਏਦਾਂ ਹੀ ਮਤਲਬ ਚੌਥੀ ਫੇਰ, ਉਹਦੀ ਤਾਂ ਉਮਰ ਵੈਸੇ 40 ਸਾਲ ਤੋਂ ਵੀ ਜ਼ਿਆਦਾ ਸੀਗੀ, ਪਰ ਉਹਦੇ ਕੋਲੋਂ ਵੀ ਕਾਫੀ ਸਾਰੀਆਂ ਜਿਹੜੀਆਂ ਭੰਗ ਦੀਆਂ ਤੇ ਹੋਰ ਗਾਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਇਹ ਮੈਥ ਵਗੈਰਾ ਹੁੰਦੀ ਆ ਉਹ ਮਿਲੀ ਆ, ਤੇ ਸ਼ਰਾਬ ਵੀ ਉਹਨੇ ਕੰਜ਼ਿਊਮ ਕੀਤੀ ਹੋਈ ਸੀ ਤੇ ਕੋਕੀਨ ਵੀ ਉਹਦੇ ਕੋਲੋਂ ਮਿਲੀ ਆ। ਤੇ ਜਿਹੜੀ ਮਤਲਬ ਪਹਿਲੀ ਸ਼ਰਾਬਣ ਦੀ ਆਪਾਂ ਗੱਲ ਕਰ ਰਹੇ ਸੀ, ਉਹਦੀ ਗੱਡੀ ਵਿੱਚ ਤਾਂ ਇੱਕ ਜਾਣੀ ਕਿ ਵੀ ਹਥਿਆਰ ਵੀ ਸੀਗਾ ਜਿਹੜਾ ਕਿ ਲਾਇਸੈਂਸੀ ਨਹੀਂ ਸੀ, ਉਹ ਵੀ ਜਾਣੀ ਪੁਲਿਸ ਨੇ ਹੁਣ ਜ਼ਬਤ ਕੀਤਾ ਹੋਇਆ। ਸੋ ਇਸ ਕਰਕੇ ਅੱਜ ਵੀ ਹੁਣ ਦੇਖ ਲਓ ਵੀ ਔਰਤਾਂ ਬੀਬੀਆਂ ਵੀ ਇੱਧਰ ਨੂੰ ਚੱਲ ਰਹੀਆਂ। ਸੋ ਚਾਰਾਂ ਦੀਆਂ ਚਾਰ ਹੀ ਜਿਹੜੀਆਂ ਫੜੀਆਂ, ਚਾਰੇ ਜਾਣੀ ਬੀਬੀਆਂ ਹੀ ਆ, ਇਹਦੇ ਚ ਬੰਦਾ ਕੋਈ ਵੀ ਨਹੀਂ, ਲੋ ਜੀ ਸ਼ਰਾਬਣਾ ਹੀ ਆ ਸਾਰੀਆਂ ਜਾਂ ਨਸ਼ਈ ਆ। ਸੋ ਸਾਰੀਆਂ ਦੀਆਂ ਗੱਡੀਆਂ ਵੀ ਪੁਲਿਸ ਨੇ ਰੱਖ ਲਈਆਂ, ਇਹਨਾਂ ਦੇ ਡਰਾਈਵਿੰਗ ਲਾਇਸੈਂਸ ਵੀ ਪੁਲਿਸ ਨੇ ਰੱਖ ਲਏ ਹੈ, ਤੇ ਬਾਕੀ ਹੁਣ ਮਹਿੰਗੇ ਵਕੀਲ ਤੇ ਹੋਰ ਜਿਹੜੀਆਂ ਤਰੀਕਾਂ ਕਚਹਿਰੀਆਂ ਦੀਆਂ ਉਹ ਤੇ ਚੱਲਣਗੀਆਂ ਜੀ। ਜੌਲ ਸਾਹਿਬ, ਡਿਊ ਟੂ ਸ਼ੋਰਟੇਜ ਆਫ ਸਟਾਫ ਬਹੁਤ ਦਰਜਨਾਂ ਹੀ ਹਸਪੀਟਲਸ ਐਮਰਜੈਂਸੀ ਡਿਪਾਰਟਮੈਂਟਸ ਬੰਦ ਹੋਣੇ ਪਏ, ਐਂਡ ਜਿਵੇਂ ਇਹ ਅੰਕੜੇ ਸਾਹਮਣੇ, ਆਈ ਐਮ ਵੈਰੀ ਸਰਪ੍ਰਾਈਜ਼ਡ ਟੂ ਸੀ ਦਿਸ ਨੰਬਰ, 2 ਲੱਖ ਪੇਸ਼ੈਂਟਸ ਆਰ ਵੇਟਿੰਗ ਸਰਜਰੀਜ਼ ਲਈ। ਐਂਡ ਇਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੁਛ ਟਾਈਮ ਤੋਂ ਪਹਿਲਾਂ 10,000 ਨਿਊ ਮੈਡੀਕਲ ਸਟਾਫ ਵੀ ਹਾਇਰ ਕੀਤੇ ਗਏ ਸੀ ਟੂ ਡੀਲ ਵਿਦ ਦ ਸਿਚੁਏਸ਼ਨ, ਪਰ ਲੱਗਦਾ ਹਲੇ ਹੋਰ ਚਾਹੀਦੇ ਨੇ ਜੀ ਮੈਡੀਕਲ ਸਟਾਫ। ਬਿਲਕੁਲ ਅਰਸ਼ਦ, ਥੋੜਾ ਜਿਹਾ ਜਾਣੀ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਵੀ ਜਿਹੜੇ ਸਿਲਵੀਆ ਜੋਨ ਨਵੇਂ ਬਣੇ ਆ ਹੈਲਥ ਮਿਨਿਸਟਰ, ਵੀ ਉਹ ਅਜੇ ਤੱਕ ਪੇਸ਼ ਹੀ ਨਹੀਂ ਹੋਏ, ਉਹਨਾਂ ਨੇ ਕੋਈ ਆਪਣੀ ਸਟੇਟਮੈਂਟ ਹੀ ਨਹੀਂ ਰਿਲੀਜ਼ ਕੀਤੀ ਜੋ ਇਹ ਹਸਪੀਟਲ ਦੇ ਵਿੱਚ ਸਿਚੁਏਸ਼ਨ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਚੱਲ ਰਹੀ ਆ। ਕਿਉਂਕਿ 2 ਜੂਨ ਦੀ ਇਲੈਕਸ਼ਨ ਸੀ, ਉਸ ਤੋਂ ਬਾਅਦ ਆਪਾਂ ਦੇਖਿਆ ਵੀ ਐਂਡ ਜੂਨ ਦੇ ਵਿੱਚ ਉਹਨਾਂ ਨੇ ਮਿਨਿਸਟਰੀ ਜਿਹੜੀ ਆ ਜੀਪੀ ਸੰਭਾਲ ਵੀ ਲਈ, ਤੇ ਉਸ ਤੋਂ ਬਾਅਦ ਹੁਣ ਮਹੀਨਾ ਫੇਰ ਲੰਘ ਗਿਆ ਤੇ ਕੋਈ ਵੀ ਜਿਹੜੀ ਆ ਜੀ ਵੀ ਉਹ ਪ੍ਰੋਗਰੈਸ ਨਹੀਂ ਦੇਖਣ ਨੂੰ ਮਿਲ ਰਹੀ, ਖਾਸ ਤੌਰ ਤੇ ਵੀ ਇਹ ਜੋ ਹਸਪੀਟਲਸ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਸਿਚੁਏਸ਼ਨ ਆ, ਉਸ ਕਰਕੇ ਜੀ ਵੀ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 2 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਆ ਜਿਹੜੇ ਉਹਨਾਂ ਦੀਆਂ ਸਰਜਰੀਜ਼ ਹੋਣੀਆਂ, ਪਰ ਕਿਉਂਕਿ ਵੀ ਹੁਣ ਕੋਵਿਡ ਤੋਂ ਬਾਅਦ ਸਿਚੁਏਸ਼ਨ ਨਾਰਮਲ ਹੋ ਗਈ ਹੈ ਤੇ ਸਮਰ ਦਾ ਸੀਜ਼ਨ ਵੀ ਹੈ, ਤਰ੍ਹਾਂ ਦੇ ਜਿਹੜੇ ਲੋਕਾਂ ਦੇ ਨਾਲ ਜੀ ਵੀ ਹਾਦਸੇ ਵੀ ਪੇਸ਼ ਆ ਰਹੇ ਆ, ਜ਼ਖਮ ਵੀ ਲੋਕਾਂ ਨੂੰ ਸੱਟਾਂ ਲੱਗ ਰਹੀਆਂ, ਚਲੋ ਬਿਮਾਰੀਆਂ ਦੇ ਨਾਲ ਵੀ ਜਿਹੜਾ ਜੀ ਵੀ ਲੋਕ ਹਸਪੀਟਲ ਦੇ ਵਿੱਚ ਜੂਝਦੇ ਆਉਂਦੇ ਆ ਜੀ, ਪਰ ਇਹ ਬੈੱਡ ਮਿਲਣ ਨੂੰ ਬਹੁਤ ਸਾਰੇ ਹਸਪੀਟਲ ਦੇ ਵਿੱਚ ਇੱਦਾਂ ਜੀ ਕਿ 20-20 ਘੰਟੇ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ। ਹਾਲਵੇ ਦੇ ਵਿੱਚ ਜਾਣੀ ਕਿ ਤੁਹਾਡਾ ਮੰਜਾ ਡਾਹਤਾ ਜਾਂਦਾ, ਉੱਥੇ ਲੰਮੇ ਪਏ ਰਹੋ ਤੇ ਥੋੜਾ ਬਹੁਤਾ ਡਿਪ ਲਾਤੀ ਜਾਂ ਕੋਈ ਉੱਥੇ ਮਤਲਬ ਉਹਨਾਂ ਨੇ ਜਿੰਨੀ ਕੁ ਕੇਅਰ ਕਰ ਸਕਦੇ ਆ, ਪਰ ਸਟਾਫ ਜਿਹੜਾ ਕਾਫੀ ਲਿਮਿਟਡ ਹੋਣ ਕਰਕੇ ਕਿਹਾ ਜਾ ਰਿਹਾ ਜੀ ਵੀ ਇਹ ਜਿਸ ਨੰਬਰ ਦੇ ਵਿੱਚ ਪੇਸ਼ੈਂਟਸ ਆ ਰਹੇ ਆ ਹਸਪੀਟਲ ਦੇ ਵਿੱਚ ਵੀ ਉਹਨਾਂ ਨੂੰ ਸੰਭਾਲ ਸਕਣਾ ਸੰਭਵ ਹੀ ਨਹੀਂ ਆ ਥੋੜੀ ਗਿਣਤੀ ਦੇ ਵਿੱਚ, ਕਿਉਂਕਿ ਉੱਥੇ ਸਟਾਫ ਮੈਂਬਰ ਹੋਣ ਕਰਕੇ। ਜਿਸ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹਨਾਂ ਨੇ 10,000 ਦੇ ਕਰੀਬ ਜਿਹੜੇ ਨਵੇਂ ਮੈਡੀਕਲ ਸਟਾਫ ਹੋਰ ਰੱਖੇ ਵੀ ਆ,
ਪਰ ਉਹ ਅਜੇ ਇਨਫ ਨਹੀਂ ਲੱਗਦੇ, ਜਿਸ ਕਰਕੇ ਵੀ ਇਸ ਲੌਂਗ ਵੀਕਐਂਡ ਦੇ ਦੌਰਾਨ ਵੀ ਘੱਟੋ ਘੱਟ 14 ਇਸ ਤਰ੍ਹਾਂ ਦੇ ਹਸਪੀਟਲ ਹੋਏ ਓਨਟਾਰੀਓ ਦੇ ਵਿੱਚ, ਜਿਨ੍ਹਾਂ ਦੇ ਕਿ ਵਿੱਚ ਐਮਰਜੈਂਸੀ ਡਿਪਾਰਟਮੈਂਟ ਜਿਹੜਾ ਉਹ ਬੰਦ ਹੀ ਕਰਨੇ ਪਏ। ਇੱਦਾਂ ਹੀ ਜਾਣੀ ਕਿ ਬਰੈਂਪਟਨ ਦੇ ਵਿੱਚ ਅਰਜਨ ਕੇਅਰ ਸੈਂਟਰ ਵੀ ਜਿਹੜਾ ਜੀ ਪੀ ਉਹ ਵੀਕਐਂਡ ਦੇ ਦੌਰਾਨ ਅਰਲੀ ਬੰਦ ਕਰਨਾ ਪੈ ਗਿਆ ਸੀਗਾ, ਜਿਸ ਕਰਕੇ ਵੀ ਸਿਚੁਏਸ਼ਨ ਜਿਹੜੀ ਆ ਬਰੈਂਪਟਨ ਨੂੰ ਵੀ ਹਿੱਟ ਕੀਤੀ ਹੋਈ ਹੈ, ਟੋਰੋਂਟੋ ਨੂੰ ਵੀ ਕੀਤੀ ਹੋਈ ਹੈ, ਤੇ ਬਾਕੀ ਜਿੱਥੇ ਤੁਹਾਨੂੰ ਪਤਾ ਵੀ ਪਾਪੂਲੇਸ਼ਨ ਜ਼ਿਆਦਾ ਤੇ ਮੈਡੀਕਲ ਸਰਵਿਸਿਜ਼ ਅਜੇ ਲਿਮਿਟਡ ਨੇ, ਉਹ ਲਿਹਾਜ਼ ਨਾਲ ਇਹ ਹੈ ਜੀ ਵੀ ਲੋਕਾਂ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਮਾਹੌਲ ਹੈ ਹਾਲ ਦੀ ਘੜੀ ਇਹ ਮੈਡੀਕਲ ਜਿਹੜੀਆਂ ਸੇਵਾਵਾਂ ਨੇ ਸਾਡੇ ਇੱਥੇ ਪ੍ਰੋਵਿੰਸ ਦੇ ਵਿੱਚ ਲੈ ਕੇ ਜੀ। ਯਾਰਕ ਪੁਲਿਸ ਨੇ ਇੱਕ ਸਸਪੈਕਟ ਨੂੰ ਕਸਟਡੀ ਦੇ ਵਿੱਚ ਲਿੱਤਾ ਹੈ ਜੋ ਰਿਸਪੌਂਸਿਬਲ ਹੈ 18 ਜਿਹੜੇ ਟਾਇਰਸ ਸੀ ਚੱਕੇ ਸੀ ਉਹਨਾਂ ਨੂੰ ਕਹ ਲਓ ਕਿ ਛੁਰੀਆਂ ਦੇ ਨਾਲ ਸਲੈਸ਼ ਕੀਤਾ ਗਿਆ। ਇਹ ਹਾਦਸਾ ਵਾਪਰਿਆ ਸੀ ਜੀ ਕੈਨੇਡਾਜ਼ ਵੰਡਰਲੈਂਡ ਵੌਨ ਦੇ ਵਿੱਚ ਕੱਲ। ਹਾਂ ਵੀਕਐਂਡ ਤੇ ਦੇਖੋ ਆਪਣੀ ਕਮਿਊਨਿਟੀ ਜਾਂ ਸਾਰੇ ਲੋਕ ਜਾਂਦੇ ਨੇ, ਅੱਜ ਕੱਲ੍ਹ ਸਮਰ ਦਾ ਸੀਜ਼ਨ ਹੈ ਵੀ ਵੰਡਰਲੈਂਡ ਖੁੱਲ੍ਹਾ ਹੈ, ਉਹਨਾਂ ਦੀ ਉੱਥੇ ਵਿਸ਼ਾਲ ਪਾਰਕਿੰਗ ਹੈ। ਵੀ ਹੁਣ ਇਹ ਸ਼ਰਾਰਤੀ ਦੇ ਮਨ ਵਿੱਚ ਕੀ ਆਇਆ ਵੀ ਇਹਨੇ ਗੱਡੀਆਂ ਦੇ ਖੜੀਆਂ ਦੇ ਟਾਇਰ ਹੀ ਪਾੜਨੇ ਸ਼ੁਰੂ ਕਰ ਦਿੱਤੇ ਹਾਂਜੀ। ਸੋ ਇਹ ਫਿਰ ਹੋਇਆ ਵੀ ਉੱਥੇ ਸਿਕਿਉਰਿਟੀ ਵੀ ਹੈਗੀ ਆ, ਉਹਨਾਂ ਨੇ ਜਾਣੀ ਫੜਿਆ ਜਿੰਨਾ ਚਿਰ ਪੁਲਿਸ ਆ ਨਹੀਂ ਗਈ, ਫਿਰ ਪੁਲਿਸ ਦੇ ਹਵਾਲੇ ਕੀਤਾ ਹੋਇਆ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਪੀ ਦੇ ਕੋਲੋਂ ਚੱਲ ਰਹੀ ਆ ਵੀ ਕੀ ਸਾਰਾ ਕੁਝ ਇਹਨੇ ਐਤਵਾਰ ਨੂੰ ਜਿਹੜੀ ਇਹ ਵੱਧ ਪੈ ਰਹੇ ਨੇ ਘਟਨਾ ਨੂੰ ਅੰਜਾਮ ਦਿੱਤਾ। ਸੋ ਯਾਰਕ ਪੁਲਿਸ ਦੀ ਹੁਣ ਇਹ ਕਸਟਡੀ ਦੇ ਵਿੱਚ ਹੈਗਾ। 1.5 ਦਰਜਨ ਗੱਡੀਆਂ ਦਾ ਜਿਹੜਾ ਜੀ ਪੀ ਨੁਕਸਾਨ ਇਹਨੇ ਲੇਕਿਨ ਕੇ ਕਰ ਦਿੱਤਾ ਹੈ ਟਾਇਰ ਪਾੜ ਕੇ। ਇੱਕ ਨਿਰਦੋਸ਼ੀ ਜੌਲ ਸਾਹਿਬ ਡਰਾਈਵਰ ਮਾਰਿਆ ਗਿਆ ਜੀ, ਹੈਡ ਔਨ ਹੈਡ ਕੋਲਿਜਨ ਸਟੀਲਸ ਐਵੇਨਿਊ ਸਕਾਰਬਰੋ ਲਾਸਟ ਨਾਈਟ। ਕੋਲਿਜਨ ਜੋ ਜਿਸ ਦਾ ਕਾਜ਼ ਆਇਆ ਉਹ ਸੀ ਰੋਂਗ ਸਾਈਡ ਡਰਾਈਵਰ। ਅਸੀਂ ਇਹੀ ਕਹਿੰਦੇ ਹੁੰਦੇ ਹਾਂ ਕਿ ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪਲੀਜ਼ ਆਪਣਾ ਖਿਆਲ ਰੱਖਣਾ, ਦੂਸਰਿਆਂ ਦਾ ਵੀ ਖਿਆਲ ਰੱਖਣਾ। ਯੈਸ, ਇਹਦੇ ਵਿੱਚ ਦੇਖੋ ਇਹ ਪਰਸਨ ਹੁਣ ਜਿਹਦੀ ਡੈਥ ਹੋ ਗਈ ਆ ਉਹ ਇਨੋਸੈਂਟ ਆ, ਮਤਲਬ ਕਿ ਉਹ ਤਾਂ ਆਪਣੀ ਜਗ੍ਹਾ ਠੀਕ ਜਾ ਰਿਹਾ ਸੀਗਾ ਗੱਡੀ ਹੈ ਨਾ ਜੀ। ਸਟੀਲਜ਼ ਐਵੇਨਿਊ ਈਸਟ ਦੇ ਉੱਤੇ ਇਹ ਸਕਾਰਬੋਰੋ ਤੇ ਪਿਕਰਿੰਗ ਜਿੱਥੇ ਆਪਸ ਦੇ ਵਿੱਚ ਮਿਲਦੇ ਆ ਇਹ ਦੋਨੇ ਹੀ ਸਿਟੀਜ਼ ਕਹਿ ਲਓ, ਵੀ ਉੱਥੇ ਕਿ ਇਹ ਘਟਨਾ ਵਾਪਰੀ ਲਾਸਟ ਨਾਈਟ। ਵੀ ਜਿਹੜਾ ਇਹ ਰੋਂਗ ਸਾਈਡ ਡਰਾਈਵਰ ਸੀਗਾ ਉਹਨੇ ਠੀਕ ਦਿਸ਼ਾ ਵੱਲ ਨੂੰ ਜਾ ਰਹੀ ਗੱਡੀ ਦੇ ਵਿੱਚ ਲਿਆ ਕੇ ਆਪਣੀ ਜਿਹੜੀ ਆ ਉਹ ਗੱਡੀ ਮਾਰ ਦਿੱਤੀ ਆ। ਉਸ ਤੋਂ ਬਾਅਦ ਉਹਦੀ ਗੱਡੀ ਨੂੰ ਜਿਹੜਾ ਕਿ ਰੋਂਗ ਸਾਈਡ ਜਾ ਰਿਹਾ ਸੀਗਾ ਉਹਨੂੰ ਤੇ ਅੱਗ ਵੀ ਲੱਗ ਗਈ, ਪਰ ਬਾਅਦ ਚ ਉਹ ਫੇਰ ਵੀ ਗਏ ਜਿਹੜੇ 2 ਜਣੇ ਗੱਡੀ ਚ ਸਵਾਰ ਸੀ, ਤੇ ਮਰ ਜਾਣੀ ਕਿ ਉਹ ਗਿਆ ਜਿਹਦੇ ਵਿੱਚ ਇਹਨਾਂ ਨੇ ਗੱਡੀ ਜਾ ਕੇ ਮਾਰੀ, ਤੇ ਜਿਹੜਾ ਆਪਣੀ ਜਗ੍ਹਾ ਤੇ ਗੱਡੀ ਠੀਕ ਚਲਾ ਰਿਹਾ ਡਰਾਈਵਰ ਸੀਗਾ ਹਨਾ ਜੀ। ਤੋ ਇਸ ਕਰਕੇ ਇਹ ਅੱਜ ਵੀ ਹੁਣ ਘਟਨਾ ਤੇ ਟੱਕਰ ਤੋਂ ਬਾਅਦ ਵਾਪਰ ਹੀ ਗਈ ਹੈ। ਤੇ ਬਾਕੀ ਜਿਹੜਾ ਜੀ ਵੀ ਇਹ ਹੁਣ ਰੋਂਗ ਸਾਈਡ ਜਾ ਰਿਹਾ ਡਰਾਈਵਰ ਹੈ ਜਿਹੜਾ ਪੁਲਿਸ ਇਹਦੇ ਕੋਲੋਂ ਫਰਦਰ ਪੁੱਛ ਕੇ ਜਿਹੜੀ ਉਹ ਕਰੇਗੀ। ਸੋ ਜਾਂਚ ਪੜਤਾਲ ਜਿਹੜੀ ਹੈ ਜੀ ਲਗਭਗ ਸਾਰੀ ਰਾਤ ਹੀ ਉਸ ਇਲਾਕੇ ਦੇ ਵਿੱਚ ਚੱਲਦੀ ਰਹੀ ਆ ਪੁਲਿਸ ਦੀ ਆਪਣੀ, ਪਰ ਜਿਹੜੀ ਜਾਨ ਜਾਣੀ ਸੀ ਉਹ ਜਾ ਚੁੱਕੀ ਹੈ ਜੀ। ਹਰ ਇੱਕ ਵੱਡੇ ਤੋਂ ਵੱਡੇ ਇਨਸਾਨ ਨੂੰ ਵੈਕੇਸ਼ਨ ਚਾਹੀਦੀ ਹੁੰਦੀ ਹੈ ਜੀ, ਤੇ ਸਾਡੇ PM ਜਸਟਿਨ ਟਰੂਡੋ ਸਾਹਿਬ ਵੀ 2 ਹਫ਼ਤੇ ਦੀ ਵੈਕੇਸ਼ਨ ਕੋਸਟਾ ਰੀਕਾ ਦੇ ਵਿੱਚ ਕੱਲ ਪੁੱਜੇ। ਕੀ ਬਾਤ ਹੈ। ਆਈਆ ਸਰ, ਜਿਸ ਤਰ੍ਹਾਂ ਆਪਾਂ ਕੱਲ ਵੀ ਇਹ ਗੱਲ ਸ਼ੇਅਰ ਕੀਤੀ ਸੀ ਵੀ ਵੈਸੇ ਤੇ ਜੇ ਉਹਨਾਂ ਦਾ ਪਿਛਲੇ 5 ਹਫ਼ਤਿਆਂ ਦਾ ਸਕੈਜੂਅਲ ਚੈੱਕ ਕੀਤਾ ਜਾਵੇ ਨਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ, ਤੇ ਉਹ ਦੇਸ਼ ਦੇ ਕੋਨੇ ਦੇ ਵਿੱਚ ਗਏ, ਜਾਣੀ ਕਿ ਨੋਵਾ ਸਕੋਸ਼ੀਆ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ ਚਾਰੇ ਪਾਸੇ ਹਾਂਜੀ। ਸੋ ਉਹ ਸਾਰਾ ਹੁਣ ਕਹਿ ਲਓ ਵੀ ਕੈਨੇਡਾ ਦਾ ਦੌਰਾ ਜਿਹੜਾ ਉਹ ਪੂਰਾ ਹੋ ਗਿਆ ਲੱਗਦਾ, ਤੇ ਹੁਣ ਫਿਰ ਉਹ ਵਿਦੇਸ਼ ਨੂੰ ਗਏ ਆ ਆਪਣੀਆਂ 2 ਹਫ਼ਤੇ ਦੀਆਂ ਛੁੱਟੀਆਂ ਲੈ ਕੇ ਕੋਸਟਾ ਰੀਕਾ ਹੁਣ ਉਹ ਦੂਸਰੀ ਵਾਰੀ ਗਏ ਆ ਪ੍ਰਾਈਮ ਮਿਨਿਸਟਰ ਹੁੰਦਿਆਂ ਲਗਾਤਾਰ। ਪਹਿਲਾਂ ਵੀ ਉੱਥੇ ਛੁੱਟੀਆਂ ਬਿਤਾ ਚੁੱਕੇ ਆ, ਤੇ ਹੁਣ 2 ਹਫ਼ਤੇ ਲੱਗਦਾ ਜੀ ਵੀ ਉਹਨਾਂ ਦੇ ਵੱਲੋਂ ਕੋਈ ਖਾਸ ਖਬਰ ਜਿਹੜੀ ਆ ਉਹ ਸੁਣਨ ਨੂੰ ਨਹੀਂ ਮਿਲਣੀ ਕਿਉਂਕਿ ਆਪਣੀ ਲੀਵ ਤੇ ਨੇ ਜੀ ਇਸ ਵੇਲੇ। As you all know, ਜੌਲ ਸਾਹਿਬ ਕੈਂਡੀਡੇਟ ਨੇ ਵਾਰਡ 9 ਅਤੇ 10 ਐਜ਼ ਸਕੂਲ ਟਰਸਟੀ। ਸਾਰਿਆਂ ਨੂੰ ਪਤਾ ਹੀ ਹੈ ਜੇ ਵੱਖ-ਵੱਖ ਮਾਧਿਅਮ ਦੇ ਜ਼ਰੀਏ ਜੌਲ ਸਾਹਿਬ ਪ੍ਰਮੋਸ਼ਨ ਕਰ ਰਹੇ ਨੇ ਜੀ। ਸੋ ਬਹੁਤ ਵੱਡੀ ਤਾਦਾਦ ਦੇ ਵਿੱਚ ਜਿੱਥੇ ਸਾਨੂੰ ਵੀ ਲੋਕ ਜੌਲ ਸਾਹਿਬ ਦਾ ਨੰਬਰ ਮੰਗ ਕੇ ਪੁੱਛ ਰਹੇ ਨੇ ਕਿ ਹਾਊ ਟੂ ਹੈਲਪ, ਕਿੱਦਾਂ ਅਸੀਂ ਹੈਲਪ ਕਰ ਸਕਦੇ ਹਾਂ। ਐਂਡ ਜੌਲ ਸਾਹਿਬ ਤੋਂ ਪੁੱਛਦੇ ਹਾਂ ਜੀ ਜਿਹੜੇ ਵਾਰਡ 9 ਅਤੇ 10 ਕਾਫੀ ਵੱਡਾ ਮੇਨ ਵਾਰਡ ਹੈ ਜੀ ਬਰੈਂਪਟਨ ਦਾ। ਸੋ ਤਿਆਰੀਆਂ ਕਿੱਦਾਂ ਜਾ ਰਹੀਆਂ ਨੇ ਜੌਲ ਸਾਹਿਬ, ਰਿਸਪੌਂਸ ਕਿੱਦਾਂ ਆ ਰਿਹਾ ਜੀ, ਕੁਝ ਕਹਿਣਾ ਚਾਹੋਗੇ ਜੀ? ਨਹੀਂ ਅਰਸ਼, ਦੇਖੋ ਵੀ ਇਹ ਜਿਹੜੀ ਇਲੈਕਸ਼ਨ ਦੀ ਕੰਪੇਨ ਹੈ ਵੈਸੇ ਤੇ ਸਿਟੀ ਹਾਲ ਦੇ ਵਿੱਚ ਬੜੀ ਗਹਿਮਾ ਗਹਿਮੀ ਆ। ਅੱਜ ਕੋਈ 2 ਘੰਟੇ ਤੱਕ ਉਹਨਾਂ ਨੇ ਸ਼ੁਰੂ ਕਰਨੀ ਹੈ, 1.5 ਘੰਟੇ ਤੱਕ ਕਹਿ ਲਓ ਮੇਅਰ ਸਾਹਿਬ ਨੇ ਕਾਨਫਰੰਸ ਮੇਅਰ ਨੇ, ਤੇ ਉਹਦੇ ਵਿੱਚ ਫਿਰ ਚਰਚਾ ਹੋਣੀ ਆ ਜੋ ਵੀ ਸਿਚੁਏਸ਼ਨ ਹੈ। ਲੱਗਦਾ ਵੀ ਹੁਣ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਜਿਹੜਾ ਇਹ ਇੱਕ ਦੂਸਰੇ ਤੇ ਧੜਿਆਂ ਦੇ ਵਿੱਚ ਸਿਟੀ ਕੌਂਸਲ ਦੇ ਜਿਹੜੇ ਧੜੇ ਆ ਤੇ ਮੇਅਰ ਦੇ ਵਿਚਕਾਰ ਜਿਹੜਾ ਆਮੋ ਸਾਹਮਣੇ ਹੋਇਆ ਜਾਣਾ, ਵੀ ਉਹਦੇ ਵਿੱਚ ਇੱਕ ਦੂਜੇ ਤੇ ਹਮਲੇ ਜਿਹੜੇ ਉਹ ਤੇਜ਼ ਕੀਤੇ ਜਾਣੇ ਆ, ਆਪਣੇ ਬਚਾਓ ਦੇ ਲਈ ਆਪਣੇ ਪੱਖ ਪੇਸ਼ ਕੀਤੇ ਜਾਣੇ ਕਿਉਂਕਿ ਇਲੈਕਸ਼ਨ ਆ ਰਹੀ ਹੈ। ਉਸ ਇਲੈਕਸ਼ਨ ਦੇ ਵਿੱਚ ਜਿਹਦੇ ਵਿੱਚ ਲੋਕਾਂ ਨੇ ਭੈਣ ਭਰਾਵਾਂ ਨੇ ਸਿਟੀ ਦੇ ਵਿੱਚ ਮੇਅਰ ਦੀ ਚੋਣ ਕਰਨੀ ਹੈ, ਕੌਂਸਲਰ ਦੀ ਕਰਨੀ ਹੈ, ਰੀਜਨਲ ਕੌਂਸਲਰ ਦੀ ਕਰਨੀ ਹੈ,
ਇਹਦੇ ਨਾਲ ਹੀ ਸਕੂਲ ਟਰਸਟੀ ਦੀ ਵੀ ਕਰਨੀ ਹੈ ਤੇ ਸਕੂਲ ਟਰਸਟੀ ਵਾਰਡ 9 ਤੇ 10 ਦੇ ਵਿੱਚ ਉਮੀਦਵਾਰ ਮੈਂ ਸਤਪਾਲ ਸਿੰਘ ਜੌਲ ਹਾਂ ਜੀ। ਸੋ ਇਸ ਦੌਰਾਨ ਜਿਹੜਾ ਡੇਲੀ ਬੇਸਿਸ ਤੇ ਕਾਫੀ ਜੀਪੀ ਸਾਡੇ ਜਿਹੜੇ ਭੈਣ ਭਰਾ ਨੇ ਰੈਜ਼ੀਡੈਂਟਸ ਨੇ ਇੱਥੋਂ ਤੱਕ ਕਿ ਦੂਰ ਦੁਰਾਡੇ ਤੋਂ ਵੀ ਫੋਨ ਕਰਦੇ ਆ ਜੀਪੀ, ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਆ ਜੀਪੀ ਉਹਨਾਂ ਦਾ ਮੁੱਢ ਆ ਜਿਹੜਾ ਵਾਰਡ 9 ਤੇ 10 ਹੀ ਆ। ਦੂਰ ਦੁਰਾਡੇ ਵੀ ਕਿਤੇ ਨਿਕਲ ਕੇ ਗਏ ਹੋਣਗੇ, ਜੇ ਇੱਥੇ ਕਦੀ ਨਾ ਵੀ ਰਿਹਾ ਹੋਊਗਾ ਤੇ ਕਦੇ ਨਾ ਕਦੇ ਨਵੇਂ ਆ ਕੇ ਹਾਂਜੀ ਸਬਬ ਬਣਦਾ ਵੀ ਜੇ ਕੋਈ ਇੱਥੇ ਦੋਸਤ ਮਿੱਤਰ ਰਿਸ਼ਤੇਦਾਰ ਸੀਗੇ ਤੇ ਉਹਨਾਂ ਕੋਲ ਰਹੇ। ਸੋ ਇਸ ਕਰਕੇ ਜਿਹੜਾ ਕਨੈਕਸ਼ਨ ਜਿਹੜੇ ਅੱਜ ਹੈਗੇ ਆ ਜਿਸ ਤਰੀਕੇ ਦੇ ਨਾਲ ਮਦਦ ਕਰਨ ਦੀ ਕੋਸ਼ਿਸ਼ ਹੈ ਜੀ। ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਹੈਲਪ ਕਰ ਰਹੇ ਨੇ। ਅੱਗੇ ਸਤੰਬਰ ਅਕਤੂਬਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜੀ ਵੀ ਡੋਰ ਟੂ ਡੋਰ ਵੀ ਜਿੰਨਾ ਕੁ ਸਾਡੇ ਕੋਲੋਂ ਪੇਸ਼ ਹੋ ਸਕਿਆ ਦਿਨ ਰਾਤ ਇੱਕ ਕਰਕੇ, ਪਰ ਇਲਾਕਾ ਹੀ ਇੰਨਾ ਵੱਡਾ ਅਰਸ਼ ਕੇ ਜਾਇਆ ਤੇ ਹਰ ਜਗ੍ਹਾ ਜਾਣਾ ਜੀ। ਹਾਂਜੀ, ਇੱਕ ਤੇ ਆਪਾਂ ਫਿਰ ਪਹਿਲਾਂ ਵੀ ਜਿਸ ਤਰ੍ਹਾਂ ਦੱਸਿਆ ਹੋਇਆ ਪ੍ਰੋਗਰਾਮ ਦੇ ਵਿੱਚ ਭੈਣ ਭਰਾਵਾਂ ਨੂੰ ਕਿ ਆਪਾਂ ਸਾਈਨ ਜਿਹੜੇ ਆ ਉਹ ਹਰ ਘਰ ਦੇ ਵਿੱਚ ਨਹੀਂ ਲਾਉਣ ਦਾ ਜਿਹੜਾ ਇਸ ਵਾਰ ਪਲਾਨ ਰੱਖਿਆ ਹੋਇਆ। ਕਿਤੇ ਕੋਈ ਮੇਨ ਥਾਵਾਂ ਤੇ ਸਾਈਨ ਜਿਹੜੇ ਲਾਏ ਜਾਣਗੇ। ਘੱਟ ਸਾਈਨ ਲੱਗੇ ਹੋਣ ਦਾ ਮਤਲਬ ਇਹ ਨਹੀਂ ਵੀ ਮਤਲਬ ਸਾਨੂੰ ਕੋਈ ਜਿਹੜਾ ਸਾਈਨ ਆ ਜਾਂ ਵੀ ਨਹੀਂ ਵੀ ਸਾਡੀ ਪਾਪੂਲੈਰਿਟੀ ਘੱਟ ਹੋਏਗੀ। ਇਹਦਾ ਮਤਲਬ ਇਹ ਆਪਣਾ ਪਲੈਨਿੰਗ ਦੇ ਤਹਿਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਈਨਾਂ ਦਾ ਜਿਹੜਾ ਕੂੜਾ ਘਟਾਇਆ ਜਾਣਾ ਚਾਹੀਦਾ ਤੇ ਸਾਈਨਾਂ ਦੀ ਅੱਜ ਦੇ ਇਸ ਸਮੇਂ ਦੇ ਵਿੱਚ ਏਡੀ ਕੋਈ ਵੱਡੀ ਲੋੜ ਵੀ ਨਹੀਂ ਹੈ, ਨਾ ਇਹਨਾਂ ਦੇ ਨਾਲ ਕੋਈ ਬਹੁਤਾ ਪਰਪਸ ਹੱਲ ਹੁੰਦਾ। ਸੋ ਇਸ ਕਰਕੇ ਸਾਡੇ ਜਿਹੜੇ ਸਾਈਨ ਬੜੇ ਲਿਮਟਿਡ ਰੂਪ ਦੇ ਵਿੱਚ ਹੋਣਗੇ। ਸੋ ਜਿੰਨਾ ਵੀ ਭੈਣ ਭਰਾ ਸਾਥ ਦੇ ਰਹੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ। ਜੌਲ ਸਾਹਿਬ ਦਾ ਨੰਬਰ ਡਾਇਰੈਕਟਲੀ ਨੋਟ ਕਰ ਲਓ ਜੀ 4168953784 4168953784 ਤੇ ਜੌਲ ਸਾਹਿਬ ਨਾਲ ਤੁਸੀਂ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਵਾਂਸ ਅਗੇਨ ਆਲ ਦ ਬੈਸਟ। ਥੈਂਕ ਯੂ ਸੋ ਮਚ। ਥੈਂਕ ਯੂ ਜਸ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।